ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਇੱਕ ਬਜ਼ੁਰਗ ਮਾਈ ਰਾਤ ਗਲੀ ਦੀ ਲਾਈਟ ਦੇ ਚਾਨਣ ਵਿੱਚ ਕੁਝ ਭਾਲ ਰਹੀ ਸੀ। ਇੱਕ ਨੌਜਵਾਨ ਨੇ ਉਹਦੇ ਤੇ ਤਰਸ ਖਾਧਾ ਤੇ ਕੋਲ ਜਾ ਕੇ ਪੁੱਛਿਆ, ਮਾਈ ਕੀ ਗਵਾਚ ਗਿਆ ਹੈ? ਮਾਈ, ਮੈਂ ਲੱਭ ਦਿੰਨਾ ਜੋ ਤੁਹਾਡਾ ਗੁੰਮ ਹੋ ਗਿਆ ਹੈ। ਮਾਈ ਕਹਿੰਦੀ, ਬੱਚੇ ਤੇਰੀ ਬੜੀ ਮਿਹਰਬਾਨੀ ਹੋਏਗੀ ਜੇ ਤੂੰ ਮੇਰੀ ਮਦਦ ਕਰ ਦੇਵੇਂ ਤਾਂ। ਉਹ ਕਹਿੰਦਾ, ਮਾਈ ਗੁੰਮ ਕੀ ਹੋਇਆ ਹੈ? ਮਾਈ ਕਹਿੰਦੀ, ਮੇਰੇ ਕੱਪੜੇ ਸੀਨ ਵਾਲੀ ਸੂਈ ਗੁੰਮ ਹੋ ਗਈ ਹੈ। ਉਹ ਨੌਜਵਾਨ ਕਹਿੰਦਾ, ਮਾਈ ਤੁਸੀਂ ਬੈਠ ਜਾਓ, ਮੈਂ ਲੱਭ ਦੇਣਾ। ਉਹ ਸਾਰੇ ਬੰਨੇ ਦੇਖਦਾ, ਉਹਨੂੰ ਕਿਤੇ ਸੂਈ ਨਹੀਂ ਦਿਖਾਈ ਦਿੰਦੀ। ਕਹਿੰਦਾ ਵੀ ਚਲੋ ਮਾਈ ਨੂੰ ਪੁੱਛਦਾ ਕਿ ਸੂਈ ਗੁੰਮ ਕਿੱਥੇ ਕੁ ਹੋਈ ਹੈ, ਤਾਂ ਜੋ ਕੁਛ ਆਈਡੀਆ ਜਿਹਾ ਲੱਗ ਜਾਏ ਕਿ ਸੂਈ ਗੁੰਮ ਕਿੱਥੇ ਕੁ ਹੋਈ ਹੈ। ਮਾਈ ਨੂੰ ਪੁੱਛਿਆ, ਮਾਈ ਸੂਈ ਗੁੰਮ ਕਿੱਥੇ ਹੋਈ ਹੈ? ਉਹ ਪਤਾ ਹੈ ਤੁਹਾਨੂੰ? ਕਹਿੰਦੀ, ਹਾਂ ਮੈਨੂੰ ਪਤਾ ਹੈ। ਕਹਿੰਦਾ, ਦੱਸ ਦਿਓ ਫਿਰ ਆ ਕੇ, ਮੈਂ ਓਨੀ ਹੀ ਜਗ੍ਹਾ 'ਚ ਲੱਭ ਲਵਾਂਗਾ, ਫਿਰ ਜਲਦੀ ਲੱਭ ਜਾਊ। ਮਾਈ ਕਹਿੰਦੀ, ਸੂਈ ਤਾਂ ਘਰ ਡਿੱਗੀ ਹੈ। ਉਹ ਹੈਰਾਨ ਹੋ ਗਿਆ। ਕਹਿੰਦਾ, ਮਾਈ ਸੂਈ ਜੇਕਰ ਘਰ ਡਿੱਗੀ ਹੈ ਤੇ ਫਿਰ ਇੱਥੇ ਕਿਉਂ ਲੱਭ ਰਹੇ ਹੋ? ਇੱਥੇ ਥੋੜ੍ਹਾ ਲੱਭੇਗੀ। ਫਿਰ ਉਹ ਮਾਤਾ ਦਾ ਜੋ ਜਵਾਬ ਸੀ ਉਹ ਕਮਾਲ ਸੀ। ਕਹਿੰਦੀ, ਸੂਈ ਤਾਂ ਮੇਰੀ ਘਰ ਹੀ ਡਿੱਗੀ ਹੈ, ਪਰ ਮੇਰੇ ਘਰ ਲਾਈਟ ਨਹੀਂ ਹੈਗੀ। ਮੈਂ ਸੋਚਿਆ ਇੱਥੇ ਲਾਈਟ ਹੈਗੀ ਏ, ਸ਼ਾਇਦ ਇੱਥੇ ਹੀ ਲੱਭ ਜਾਏ। ਸੋ ਸੰਗਤ ਜੀ, ਸਾਡੀ ਸਾਰਿਆਂ ਦੀ ਹਾਲਤ ਵੀ ਕੁਝ ਐਸੀ ਹੀ ਹੈ। ਅਸੀਂ ਜਿੱਥੇ ਸੁੱਖ ਹੈ ਹੀ ਨਹੀਂ ਉੱਥੇ ਹੀ ਲੱਭਦੇ ਹਾਂ। ਸੁੱਖ ਤਾਂ ਬੰਦੇ ਦਾ ਸੁਭਾਅ ਹੈ। ਜਿਵੇਂ ਵੇਖੋ ਨਾ, ਬਿਮਾਰੀ ਆਉਂਦੀ ਹੈ ਸਰੀਰ ਨੂੰ, ਨਿਰੋਗਤਾ ਬੰਦੇ ਦਾ ਸੁਭਾਅ ਹੁੰਦਾ ਹੈ। ਬਿਮਾਰੀ ਆਉਣੀ ਚਾਹੀਦੀ ਹੈ, ਚਲੀ ਜਾਂਦੀ ਹੈ। ਇਸੇ ਤਰ੍ਹਾਂ ਦੁੱਖ ਆਉਣਾ ਚਾਹੀਦਾ ਹੈ ਤੇ ਜਾਣਾ ਚਾਹੀਦਾ ਹੈ। ਸੁੱਖ ਤੇ ਬੰਦੇ ਦਾ ਸੁਭਾਅ ਹੁੰਦਾ ਹੈ, ਪਰ ਸਾਡੀ ਆਦਤ ਇਹ ਹੁਣ ਸਾਡਾ ਦੁੱਖ ਸੁਭਾਅ ਬਣ ਗਿਆ ਹੈ। ਉੱਠਦਿਆਂ, ਬੈਠਦਿਆਂ, ਸੌਂਦਿਆਂ, ਜਾਗਦਿਆਂ ਦੁੱਖ ਹੀ ਦੁੱਖ ਹੈ। ਜਿਹੜਾ ਦੁਖੀ ਬੰਦਾ ਹੈ ਨਾ, ਉਹਦੀ ਇੱਕ ਆਦਤ ਬਣ ਜਾਂਦੀ ਹੈ ਕਿ ਉਹ ਦੁੱਖ ਲੱਭਣ ਵਿੱਚ ਬੜਾ ਮਾਹਿਰ ਹੋ ਜਾਂਦਾ ਹੈ। ਬੇਸ਼ੱਕ ਉਹ ਠੀਕ ਠਾਕ ਹੋਵੇ, ਪਰ ਕਿਤੇ ਨਾ ਕਿਤੋਂ ਕੋਈ ਨਾ ਕੋਈ ਦੁੱਖ ਲੱਭ ਹੀ ਲੈਂਦਾ ਹੈ, ਕਿਉਂਕਿ ਉਹ ਆਪਣੀ ਆਦਤ ਤੋਂ ਮਜਬੂਰ ਹੈ। ਪਰ ਸਤਿਗੁਰੂ ਜੀ ਕਹਿੰਦੇ ਨੇ, ਸੁਖੀ ਬੰਦੇ ਦੀ ਵੀ ਇੱਕ ਆਦਤ ਹੁੰਦੀ ਹੈ। ਕੋਈ ਸਮਾਂ ਹੋਵੇ, ਕੋਈ ਵੀ ਪਰਿਸਥਿਤੀ ਹੋਵੇ, ਸੁਖੀ ਬੰਦਾ ਸੁੱਖ ਲੱਭ ਹੀ ਲੈਂਦਾ ਹੈ। ਦੁਖੀ ਬੰਦਾ ਦੁੱਖ ਲੱਭਣ ਵਿੱਚ ਮਾਹਿਰ ਹੈ ਤੇ ਸੁਖੀ ਬੰਦਾ ਸੁੱਖ ਲੱਭਣ ਵਿੱਚ। ਸੁਖੀ ਬੰਦਾ ਇਸ ਕਰਕੇ ਸੁੱਖ ਹੁੰਦਾ ਹੈ ਕਿਉਂਕਿ ਉਹ ਉਸ ਨਾਲ ਜੁੜ ਗਿਆ ਹੈ, ਜਿਸ ਨਾਲ ਜੁੜ ਕੇ ਅਸਲ ਸੁੱਖ ਪ੍ਰਾਪਤ ਹੁੰਦਾ ਹੈ। ਨਾਨਕ ਭਗਤਾ ਸਦਾ ਵਿਗਾਸ। ਉਸ ਨੇ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣ ਲਿਆ ਹੈ ਕਿ ਦੁੱਖ ਕੁਛ ਵੀ ਨਹੀਂ ਹੈ, ਬਸ ਸੁੱਖ ਹੀ ਸੁੱਖ ਹੈ। ਜੇਕਰ ਸੁਖੀ ਬੰਦੇ ਨੂੰ ਪੁੱਛਿਆ ਜਾਏ ਕਿ ਉਹ ਹਰ ਸਮੇਂ ਸੁਖੀ ਕਿਵੇਂ ਰਹਿੰਦਾ ਹੈ, ਤਾਂ ਉਸ ਦਾ ਜਵਾਬ ਹੋਏਗਾ ਕਿ ਮੇਰੇ ਉੱਠਦਿਆਂ ਹੀ ਮੇਰੇ ਸਾਹਮਣੇ ਦੋ ਵਿਕਲਪ ਹੁੰਦੇ ਨੇ। ਇੱਕ ਇਹ ਕਿ ਮੈਂ ਸਾਰਾ ਦਿਨ ਸੁਖੀ ਰਹਿਣਾ ਹੈ, ਤੇ ਦੂਜਾ ਇਹ ਕਿ ਮੈਂ ਸਾਰਾ ਦਿਨ ਦੁਖੀ ਰਹਿਣਾ ਹੈ। ਬਹੁਤ ਸਾਰੇ ਬੰਦੇ ਗੁਰੂ ਪਿਆਰਿਓ ਦੁੱਖ ਵਾਲਾ ਵਿਕਲਪ ਚੁਣਦੇ ਹਨ ਤੇ ਕੁਝ ਹੀ ਬੰਦੇ ਸੁੱਖ ਵਾਲਾ ਵਿਕਲਪ ਚੁਣਦੇ ਹਨ। ਦੁਖੀ ਰਹਿਣ ਵਾਲਾ ਬੰਦਾ ਹਮੇਸ਼ਾ ਸ਼ਿਕਵੇ ਹੀ ਕਰਦਾ ਰਹਿੰਦਾ ਹੈ ਤੇ ਸੁਖੀ ਬੰਦਾ ਹਮੇਸ਼ਾ ਸ਼ੁਕਰਾਨਾ ਹੀ ਕਰੇਗਾ। ਜਿਹੜਾ ਬੰਦਾ ਸ਼ਿਕਵੇ ਕਰਦਾ ਰਹਿੰਦਾ ਹੈ ਉਹ ਕਦੇ ਵੀ ਸੁਖੀ ਨਹੀਂ ਰਹਿ ਸਕਦਾ। ਸੁੱਖ ਦੇ ਬਹੁਤ ਸਾਧਨ ਹੁੰਦੇ ਹਨ, ਪਰ ਉਸ ਨੂੰ ਸ਼ਿਕਵਿਆਂ ਤੋਂ ਸਮਾਂ ਹੈ ਹੀ ਨਹੀਂ। ਉਸ ਨੂੰ ਉਹ ਕਦੇ ਨਹੀਂ ਦਿਖਦਾ ਜੋ ਉਸ ਦੇ ਕੋਲ ਹੈ। ਹਮੇਸ਼ਾ ਉਹ ਉਲਟਾ ਹੀ ਸੋਚੇਗਾ, ਸ਼ਿਕਵੇ ਕਰੇਗਾ ਕਿ ਫਲਾਨੀ ਚੀਜ਼ ਮੇਰੇ ਕੋਲ ਨਹੀਂ ਹੈ। ਕਈ ਵਾਰ ਆਪਾਂ ਦੇਖਦੇ ਹਾਂ, ਬੰਦਾ ਬਹੁਤ ਅਮੀਰ ਹੁੰਦਾ ਹੈ, ਬਹੁਤ ਪੈਸਾ ਹੁੰਦਾ ਹੈ ਉਹਦੇ ਕੋਲ, ਪਰ ਫਿਰ ਵੀ ਉਹ ਬਹੁਤ ਦੁਖੀ ਹੁੰਦਾ ਹੈ। ਉਸ ਦੇ ਸ਼ਿਕਵੇ ਨਹੀਂ ਕਦੇ ਖਤਮ ਹੁੰਦੇ। ਉਸ ਨੂੰ ਆਪਣੇ ਆਲੇ ਦੁਆਲੇ ਕਮੀਆਂ ਹੀ ਕਮੀਆਂ ਦਿਖਾਈ ਦਿੰਦੀਆਂ ਹਨ। ਉਹਨੂੰ ਦੌਲਤ ਹੁੰਦਿਆਂ ਵੀ ਸੁੱਖ ਵਾਲੀ ਕੋਈ ਚੀਜ਼ ਨਹੀਂ ਦਿਖਾਈ ਦਿੰਦੀ, ਕਿਉਂਕਿ
ਉਹ ਸੁੱਖ ਵਾਲੀ ਕੋਈ ਚੀਜ਼ ਨਹੀਂ ਦੇਖਣਾ ਚਾਹੁੰਦਾ। ਆਪਣੇ ਨਾਲ ਵੀ ਇਦਾਂ ਹੀ ਹੋ ਜਾਂਦਾ ਹੈ। ਕਈ ਵਾਰ ਆਪਾਂ ਸੋਚਦੇ ਹਾਂ ਸਾਨੂੰ ਜੋਬ ਨਹੀਂ ਵਧੀਆ ਮਿਲੀ, ਘਰ ਨਹੀਂ ਚੰਗਾ ਮਿਲਿਆ, ਪਤਨੀ ਨਹੀਂ ਚੰਗੀ ਮਿਲੀ, ਵਗੈਰਾ ਵਗੈਰਾ ਬੜੇ ਸ਼ਿਕਵੇ ਕਰਦੇ ਹਾਂ। ਆਪਾਂ ਨੂੰ ਸਿਰਫ ਉਹ ਚੀਜ਼ਾਂ ਹੀ ਦਿਖਾਈ ਦਿੰਦੀਆਂ ਹਨ ਜੋ ਆਪਾਂ ਨੂੰ ਦੁੱਖ ਦਿੰਦੀਆਂ ਹਨ। ਆਪਾਂ ਕਦੇ ਸ਼ੁਕਰਾਨਾ ਨਹੀਂ ਕਰਦੇ ਕਿ ਰੱਬ ਨੇ ਸਾਨੂੰ ਸੋਹਣੀ ਜੋਬ ਦਿੱਤੀ ਹੈ, ਸੋਹਣਾ ਘਰ-ਬਾਰ ਦਿੱਤਾ ਹੈ, ਸੋਹਣਾ ਪਰਿਵਾਰ ਦਿੱਤਾ ਹੈ। ਬਸ ਸ਼ਿਕਵੇ ਹੀ ਸ਼ਿਕਵੇ ਕਰਦੇ ਹਾਂ। ਕਦੇ ਸ਼ੁਕਰਾਨਾ ਵੀ ਕਰਿਆ ਕਰੋ ਸੰਗਤ ਜੀ। ਜੋ ਰੱਬ ਨੇ ਸਾਨੂੰ ਦਿੱਤਾ ਹੈ ਬਹੁਤ ਹੈ। ਕਈ ਲੋਕ ਜੋਬ, ਘਰ, ਪਰਿਵਾਰ ਇਹਨਾਂ ਚੀਜ਼ਾਂ ਲਈ ਵੀ ਤਰਸਦੇ ਹਨ। ਤੁਸੀਂ ਆਪਣੇ ਆਲੇ ਦੁਆਲੇ ਵੇਖੋ, ਸਾਨੂੰ ਇੰਨਾ ਕੁਝ ਰੱਬ ਨੇ ਦਿੱਤਾ ਹੈ ਕਿ ਦੁੱਖ ਦੇ ਲਈ ਵੀ ਕੋਈ ਜਗ੍ਹਾ ਨਹੀਂ ਹੈ, ਸ਼ਿਕਵਿਆਂ ਲਈ ਕੋਈ ਜਗ੍ਹਾ ਹੀ ਨਹੀਂ ਹੈ। ਤੁਸੀਂ ਉਹ ਦੇਖੋ ਜੋ ਰੱਬ ਨੇ ਸਾਨੂੰ ਦਿੱਤਾ ਹੈ, ਕਦੇ ਉਹ ਨਾ ਦੇਖੋ ਜੋ ਰੱਬ ਨੇ ਸਾਨੂੰ ਨਹੀਂ ਦਿੱਤਾ। ਬੰਦਾ ਸਾਰੀ ਉਮਰ ਸੁੱਖ ਦੇ ਪਿੱਛੇ ਭੱਜਦਾ ਰਹਿੰਦਾ ਹੈ, ਪਰ ਉਹ ਸੁੱਖ ਉਸ ਨੂੰ ਨਹੀਂ ਮਿਲਦਾ, ਕਿਉਂਕਿ ਸੁੱਖ ਉਸ ਨੂੰ ਉਦੋਂ ਹੀ ਮਿਲਣਾ ਹੈ ਜਦੋਂ ਉਸ ਦੀਆਂ ਸ਼ਿਕਾਇਤਾਂ ਖਤਮ ਹੋਣਗੀਆਂ। ਇਸ ਕਰਕੇ ਸੰਗਤ ਜੀ, ਵਾਹਿਗੁਰੂ ਦਾ ਸ਼ੁਕਰਾਨਾ ਕਰਿਆ ਕਰੋ। ਉਸ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ। ਇਸ ਲਈ ਜਿੰਨਾ ਹੋ ਸਕੇ ਓਨਾ ਸਮਾਂ ਗੁਰਬਾਣੀ ਵਿੱਚ ਬਤੀਤ ਕਰਿਆ ਕਰੋ। ਇਸ ਲਈ ਗੁਰਬਾਣੀ ਵਿੱਚ ਲਿਖਿਆ ਹੈ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ, ਪ੍ਰਭ ਕੈ ਸਿਮਰਨ ਹੋਈ ਸੁਆ ਭਲਾ, ਪ੍ਰਭ ਕੈ ਸਿਮਰਨ ਸੁਫਲ ਫਲਾ, ਸੇ ਸਿਮਰ ਹੈ ਜਿਨ ਆਪ ਸਿਮਰਾਏ, ਨਾਨਕ ਤਾ ਕੈ ਲਾਗੋ ਪਾਏ। ਇਸ ਦਾ ਅਰਥ ਇਸ ਤਰ੍ਹਾਂ ਹੈ, ਪ੍ਰਭੂ ਦੇ ਸਿਮਰਨ ਵਿੱਚ ਹੀ ਸਾਰੀਆਂ ਰਿੱਧੀਆਂ ਸਿੱਧੀਆਂ ਤੇ ਨੌ ਖਜ਼ਾਨੇ ਹਨ। ਪ੍ਰਭ ਸਿਮਰਨ ਵਿੱਚ ਹੀ ਗਿਆਨ ਸੂਰਤ ਦਾ ਟਿਕਾਓ ਤੇ ਜਗਤ ਦੇ ਮੂਲ ਦੀ ਸਮਝ ਵਾਲੀ ਬੁੱਧੀ ਹੈ। ਪ੍ਰਭੂ ਦੇ ਸਿਮਰਨ ਵਿੱਚ ਹੀ ਜਪ ਤਪ ਅਤੇ ਪੂਜਾ ਹਨ। ਸਿਮਰਨ ਕਰਨ ਨਾਲ ਪ੍ਰਭੂ ਤੋਂ ਬਿਨਾਂ ਕਿਸੇ ਹੋਰ ਉਸ ਵਰਗੀ ਹਸਤੀ ਦੀ ਹੋਂਦ ਦਾ ਖਿਆਲ ਹੀ ਦੂਰ ਹੋ ਜਾਂਦਾ ਹੈ। ਸਿਮਰਨ ਕਰਨ ਵਾਲਾ ਆਤਮ ਤੀਰਥ ਦਾ ਇਸ਼ਨਾਨ ਕਰਨ ਵਾਲਾ ਹੋ ਜਾਈਦਾ ਹੈ। ਦਰਗਾਹ ਵਿੱਚ ਇੱਜ਼ਤ ਮਿਲਦੀ ਹੈ। ਜਗਤ ਵਿੱਚ ਜੋ ਹੋ ਰਿਹਾ ਹੈ ਭਲਾ ਪ੍ਰਤੀਤ ਹੁੰਦਾ ਹੈ। ਮਨੁੱਖ ਜਨਮ ਦਾ ਉੱਚਾ ਮਨੋਰਥ ਸਿੱਧ ਹੋ ਜਾਂਦਾ ਹੈ। ਉਹੀ ਸਿਮਰਦੇ ਹਨ ਜਿਨ੍ਹਾਂ ਨੂੰ ਪ੍ਰਭੂ ਆਪ ਪ੍ਰੇਰਦਾ ਹੈ। ਹੇ ਨਾਨਕ, ਮੈਂ ਉਹਨਾਂ ਸਿਮਰਨ ਕਰਨ ਵਾਲਿਆਂ ਦੀ ਪੈਰੀ ਲੱਗਾ ਰਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।